खालसा इलाके ਦੇ कुछ मुश्किलां सी, मुश्किलां सुनने वास्ते ਅਸੀਂ ਸਾਰੇ ਆਏ ਹਾਂ। ਸਾਡੇ ਬਲਾਕ ਪ੍ਰਧਾਨ ਸਾਹਿਬ ਨੇ, ਸੁਰਿੰਦਰ ਸਿੰਧਾ ਜੀ ਨੇ, ਸਾਹਿਬ ਜੀ ਜਿਨ੍ਹਾਂ ਦੇ ਇੱਥੇ ਖੜੇ ਨੇ, ਸਾਡੇ ਪਿਆਰੇ ਲਾਲ ਜੀ, ਸਾਰੇ ਸਾਡੇ ਬੜੇ ਸਾਥੀ ਪੁਰਾਣੇ ਜਿਹੜੇ ਆ ਉਹਨਾਂ ਨੇ ਬੁਲਾਇਆ ਸੀ। ਔਰ ਮੇਨ ਇੱਥੇ ਦਿੱਕਤ ਸੀ ਜਿਹੜੀ ਫਾਟਕ ਦੇ ਉੱਤੇ ਅਜੇ ਵੀ ਹੈਗੀ ਫਾਟਕ ਦਾ, ਕਿਉਂਕਿ ਅਸੀਂ ਬੜੇ ਜ਼ੋਰ ਨਾਲ ਲੱਗੇ ਕਿ ਕਿਸੇ ਤਰੀਕੇ ਨਾਲ ਇੱਥੇ ਫਾਟਕ ਦੇ ਜਾਂ ਅੰਡਰਪਾਸ ਬਣ ਜੇ ਜਾਂ ਓਵਰਬ੍ਰਿਜ ਬਣ ਜੇ, ਪਰ ਇੱਥੇ जगह की कमी करके बड़ी मुश्किल आ रही है। सो वो एक पासी उन्हें डिवाइडर लाए ने हुण लोहे दे बना के पाइप कुछ जो फंड्स होंदा है साडे कोल असीं उहदे नाल उहनूं तैयार कराया है। उहदे नाल काफ़ी समस्या जिहड़ी है दी हल हुई है ट्रैफिक की, क्योंकि नहीं तो पहले जाम लग जाता है, आमो सामने खलो जाते सी। कुछ मुश्किलात ने इन्हां इलाकिਆਂ ਦੀਆਂ जिथे डिवेलपमेंट ਦੇ ਵਿੱਚ ਜਿਹੜੀ ਸਾਡੇ ਸਮੇਂ ਵੀ पिछली सरकार समय भी पास ਹੋਈਆਂ ਸੀ ਜਾਂ ਕੁਝ ਹੁਣ ਸਰਕਾਰ ਵੇਲੇ ਵੀ ਜਿਹੜੇ ਕੰਮ ਚੱਲ ਰਹੇ ਆ ਬੜੀ ਧੀਮੀ ਗਤੀ 'ਚ ਹੈ। ਸੋ ਉਹਨਾਂ ਨੂੰ ਵੇਖਣ ਵੀ ਆਏ ਆ ਤਾਂ ਕਿ ਅਸੀਂ ਕਾਰਪੋਰੇਸ਼ਨ ਨੂੰ ਕਹਿ ਕੇ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਤੇ ਇਹ ਕੰਮ ਜਿਹੜੇ ਆ ਇਹ ਲੋਕਾਂ ਦੇ ਹੋ ਸਕਣ। ਕੁਝ ਲਾਅ ਐਂਡ ਆਰਡਰ ਦੀਆਂ ਗੱਲਾਂ ਨੇ ਉਹ ਉਹਨਾਂ ਨਾਲ ਡਿਸਕਸ ਕੀਤੀਆਂ ਨੇ। ਕੁਝ ਜਿਹੜੀ ਟ੍ਰੈਫਿਕ ਸਮੱਸਿਆ ਆ, ਜਿਹੜੀ ਇਨਕਰੋਚਮੈਂਟ ਬਹੁਤ ਜ਼ਿਆਦੀ ਹੈ, ਕਿਉਂਕਿ ਦੇਖੋ ਸੜਕਾਂ ਜਿਹੜੀਆਂ ਜਿਹੜਾ ਬੰਦਾ ਰਸਤਾ ਕਿਸੇ ਦਾ ਬਣਾਉਂਦਾ ਹੈ ਪਰਮਾਤਮਾ ਨੂੰ ਕਈ ਰਾਹ ਦਿੰਦਾ ਹੈ, ਜਿਹੜਾ ਕਿਸੇ ਦਾ ਰਸਤਾ ਰੁਕਦਾ ਹੈ ਪਰਮਾਤਮਾ ਉਹਦੇ 10 ਰਾਹ ਰੁਕਦਾ ਹੈ। ਸੋ ਇਸ ਕਰਕੇ ਇਹ ਤੇ ਆਪਣੀ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਕਿ ਅਸੀਂ ਰਸਤੇ ਨਾ ਬਦਲੀਏ, ਅਸੀਂ ਇਨਕਰੋਚਮੈਂਟ ਨਾ ਕਰੀਏ। ਪਰ ਉਹ ਜਿਹੜੀ ਵੱਡੀ ਸਮੱਸਿਆ ਉਹਦੇ 'ਤੇ ਵੀ ਮੈਂ ਟ੍ਰੈਫਿਕ ਜਿਹੜੇ SP ਅਮਨਦੀਪ ਹੈ ਮੈਂ ਉਹਨਾਂ ਦੀ ਜ਼ਿੰਮੇਵਾਰੀ ਲਾਈ ਹੈ ਕਿ ਸਵੇਰੇ ਇੱਕ ਅੱਧੇ ਦਿਨ 'ਚ ਵਿਜ਼ਿਟ ਕਰਕੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਹਨੂੰ ਇੱਥੇ ਕੋਟ ਖਾਲਸਾ ਵਾਲੇ ਬੰਨੇ ਠੀਕ ਕੀਤਾ ਜਾਵੇ। ਜਿਹੜੀ ਠੀਕ ਹੈ ਹਰ ਇੱਕ ਨੇ ਰੋਜੀ ਰੋਟੀ ਵੀ ਕਮਾਉਣੀ ਹੈ, ਪਰ ਰਸਤੇ ਰੋਕ ਕੇ ਨਹੀਂ, ਵੀ ਰਸਤੇ ਨੰਗਲ ਨਹੀਂ ਨਾ ਦਿਓ ਉਹਦੇ ਰੋਜੀ ਰੋਟੀ ਦੇ ਬਹਾਨੇ ਦੇ ਨਾਲ ਆਪਾਂ ਸਾਰੀ ਟ੍ਰੈਫਿਕ ਦੀ ਸਮੱਸਿਆ ਨੂੰ ਖਰਾਬ ਕਰੀਏ। ਕਿਉਂਕਿ ਇੱਥੇ ਲੋਕਾਂ ਨੇ ਦੱਸਿਆ ਵੀ ਜਦੋਂ ਕਿਤੇ ਮੈਡੀਕਲ ਸਹੂਲਤ ਦੀ ਲੋੜ ਪੈਂਦੀ ਕਿਤੇ ਭੱਜਣਾ ਪੈਂਦਾ ਤੇ ਅਗਲੇ ਬੰਨੇ ਰੇਹੜੀਆਂ ਅਸੀਂ ਇੰਨੀਆਂ ਜ਼ਿਆਦੀਆਂ ਲੱਗੀਆਂ ਹੁੰਦੀਆਂ ਕਿ ਅਸੀਂ ਗੱਡੀਆਂ ਨਹੀਂ ਨਿਕਲ ਸਕਦੇ, ਬਹੁਤ ਦਿੱਕਤ ਆਉਂਦੀ ਹੈ। ਪੁਲਿਸ ਇੱਕ ਸਮੇਂ ਘਟਾ ਕੇ ਜਾਂਦੀ, ਅਸੀਂ ਫਿਰ ਉੱਥੇ ਹੀ ਆ ਜਾਂਦੇ ਹਾਂ। ਸੋ ਬੰਦੇ ਨੂੰ ਪਿੱਛੇ ਉੱਡ ਕੇ ਵੀ ਕਾਰੋਬਾਰ ਮਿਲ ਸਕਦਾ, ਰੇਹੜੀ ਦਾ ਸਾਈਜ਼ ਛੋਟਾ ਹੋ ਸਕਦਾ, ਕੋਈ ਲੰਬੇ ਨੂੰ ਕੁਝ ਕਈ ਤਰੀਕੇ ਲੱਭ ਸਕਦੇ ਆ। ਲੇਕਿਨ ਵਿਧਾਇਕ ਜ਼ੀਰੋ ਟੋਲਰੈਂਸ ਨਜ਼ਰ ਆ ਰਹੀ ਹੈ, ਨਜ਼ਰ ਹੀ ਨਹੀਂ ਆ ਰਹੇ ਹਲਕੇ 'ਚ। ਕਹਿੰਦੇ ਸੀ ਕਿ ਅਸੀਂ ਇਸੇ ਹਲਕੇ ਦੇ ਬੇਟੇ ਆ, ਸਾਰੇ ਹਲਕੇ ਨੂੰ ਜਾਣਦੇ ਹਾਂ। ਦੇਖੋ ਗੱਲ ਇਹ ਹੈ, ਇਹ ਸਮਾਂ ਲੱਗਦਾ ਹੈ, ਜੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਸਮਝ ਆਏਗੀ ਕਿ ਹਲਕਾ ਕੀ ਹੈ। ਜਿੱਦ ਮੇਰਾ ਖਿਆਲ ਜਿੰਨੀ ਜ਼ਿਆਦਾ ਉਹਨਾਂ ਨੂੰ ਵੋਟ ਪਈ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿੱਥੋਂ ਪਈ। ਉਹ ਕੋਸ਼ਿਸ਼ ਕਰ ਰਹੇ ਨੇ, ਉਹ ਆਪਣੀ ਕਰਨ। ਦੇਖੋ ਮੈਨੂੰ ਇਹ ਨਹੀਂ ਪਤਾ ਕਿ ਉਹ ਕਿੱਥੇ ਨੇ ਕੀ ਨੇ, ਉਹ ਆਪਣਾ ਜਵਾਬ ਆਪ ਦੇ ਸਕਦੇ ਆ। ਪਰ ਪਬਲਿਕ ਇਸ਼ੂ ਜਿਹੜੇ ਹੈ ਉਹਨਾਂ ਨੂੰ ਹਰ ਸਮੇਂ ਉਹਨਾਂ ਨੂੰ ਜ਼ਿਆਦਾ ਵਿਚਰਨਾ ਚਾਹੀਦਾ, ਕਿਉਂਕਿ ਬਤੌਰ ਮੈਂਬਰ ਪਾਰਲੀਮੈਂਟ ਮੇਰੇ ਕੋਲ ਤਾਂ ਟਾਈਮ ਘੱਟ ਹੁੰਦਾ ਵੀ ਇੰਨੇ ਵੱਡੇ ਹਲਕੇ 'ਚ ਥਾਂ ਨਹੀਂ ਪਹੁੰਚਿਆ ਜਾਂਦਾ, ਪਰ ਵਿਧਾਇਕ ਕੋਲ ਸਮਾਂ ਬਹੁਤ ਹੁੰਦਾ। ਵਿਧਾਇਕ ਨੂੰ ਹਰ ਥਾਂ ਜਾ ਕੇ ਮੁਸ਼ਕਲਾਂ ਸੁਣਨੇ ਚਾਹੀਦੇ। ਬਾਕੀ ਸਾਡੇ ਪਾਰਟੀ ਦਾ ਕੇਡਰ ਸਾਰਾ ਖੜਾ ਆ, ਇਹ ਮੁਸ਼ਕਲਾਂ ਸੁਣਦੇ ਵੀ ਰਹੇ। ਮੇਰੇ ਕੋਲ ਬਾਰ-ਬਾਰ ਸਿੰਧੇ ਭਾ ਹੋਣੀ, ਇਹ ਸਾਰੇ ਪ੍ਰਧਾਨ ਹੋਣੀ, ਜਿੰਨੇ ਵੀ ਸਾਡੇ ਵਰਕਰ ਸਾਹਿਬਾਨ ਖੜੇ ਨੇ, ਸਾਰੇ ਦੱਸਦੇ ਰਹਿੰਦੇ ਆ। ਅਸੀਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਦੇ ਹਾਂ ਲੋਕਾਂ ਦਾ। ਫਾਟਕ ਨੂੰ ਲੈ ਕੇ ਕੁਝ ਕੀਤਾ ਜਾ ਸਕਦਾ ਜੀ? ਬਿਲਕੁਲ ਮੈਂ ਹੁਣੇ ਹੀ DRM ਨਾਲ ਗੱਲ ਕੀਤੀ ਹੈ ਕਿ ਅਸੀਂ ਤੁਹਾਨੂੰ ਇੱਕ ਵਿਜ਼ਿਟ ਬਣਾਉਣੀ ਹੈ। ਅਸੀਂ ਜੁਆਇੰਟ ਕਮੇਟੀ ਬਣਾ ਕੇ, ਜਿਸ 'ਚ ਡਿਪਟੀ ਕਮਿਸ਼ਨਰ ਹੋਣਗੇ, ਜਿਸ 'ਚ ਕਮਿਸ਼ਨਰ ਕਾਰਪੋਰੇਸ਼ਨ ਹੋਏਗਾ, ਪੁਲਿਸ ਕਮਿਸ਼ਨਰ ਹੋਣਗੇ, ਨਾਲ ਅਸੀਂ ਆਪ ਚੱਲਾਂਗੇ। ਔਰ ਇਹ ਮੌਕੇ ਜਾ ਕੇ ਸਾਰੇ ਫਾਟਕ ਜਿਵੇਂ ਭਗਤਾਂ ਵਾਲਾ, ਚਬਾਰ ਰੋਡ, ਢਪਈ ਫਾਟਕ, ਫਿਰ ਤੁਸੀਂ ਛਾਟਾ, ਕੋਟ ਖਾਲਸਾ ਤੇ ਆਪਣਾ ਪੁਤਲੀ ਘਰ ਵਾਲਾ ਫਾਟਕ, ਸੋ ਇਹ ਸਾਰੇ ਫਾਟਕਾਂ ਨੂੰ ਅਸੀਂ ਵਿਜ਼ਿਟ ਕਰਕੇ ਇਹਦਾ ਹੱਲ, ਕਿਉਂਕਿ ਇੱਥੇ ਦਿੱਕਤ ਇਹ ਆ ਰਹੀ ਆ, ਇਹਨਾਂ 'ਚ ਜ਼ਿਆਦਾ ਨਾ ਜਗ੍ਹਾ ਦੀ ਕਮੀ ਆ। ਜਿਵੇਂ ਚਬਾਰ ਰੋਡ ਵਾਲਾ ਤੇ ਅਸੀਂ ਓਕੇ ਕਰਾਇਆ, ਉਹਦੀ ਤੇ ਫੰਡਸ ਦੀ ਆ, ਪਰ ਉਹ ਫੰਡਸ ਐਤਕੀ ਮੈਂ ਜਿੱਦਾਂ ਰੀਗੋ ਬ੍ਰਿਜ ਵਾਸਤੇ ਲੈ ਕੇ ਆਇਆ, ਉਹਦੇ ਮੈਂ ਉੱਪਰੋਂ ਹੀ ਰਿਕੁਐਸਟ ਕਰਕੇ ਲਾਂਗਾ ਕਿ ਪੰਜਾਬ ਸਰਕਾਰ ਕੋਲ ਪੈਸੇ ਹੈ ਨਹੀਂ, ਕਿ ਜੋ ਹਾਲਾਤ ਨੇ ਬਹੁਤ ਪੱਧਰੀ ਹਾਲਤ ਸਰਕਾਰ ਚੱਲ ਰਹੀ, ਸੋ ਉਹ ਮੈਂ ਉੱਥੋਂ ਲਿਆ ਕੇ ਕਰਾਵਾਂਗੇ। ਜਿੱਥੇ ਜਗ੍ਹਾ ਦੀ ਸਮੱਸਿਆ ਹੈ ਉਹ ਕਮੇਟੀ ਜਿਹੜੀ ਆ ਇਹ ਡਿਸਾਈਡ ਕਰੇਗੀ। ਜੇ ਤੇ ਇਨਕਰੋਚਮੈਂਟ ਹੋਈ ਫਿਰ ਇਹਨਾਂ ਨੂੰ ਬੇਨਤੀ ਕਰਾਂਗੇ ਭਾਈ ਜਿੰਨੀ ਜਗ੍ਹਾ ਤੁਹਾਡੀ ਰਜਿਸਟਰਡ ਹੈ ਤੁਸੀਂ ਆਪਣੀ ਜਗ੍ਹਾ 'ਚ ਚਲੇ ਜਾਓ, ਤਾਂ ਕਿ ਲੋਕਾਂ ਨੂੰ ਅਸੀਂ ਰਸਤੇ ਬਣਾ ਕੇ ਦੇ ਸਕੀਏ। ਤੇ ਜਾਂ ਉਹਦਾ ਕੀ ਹੱਲ ਹੋਰ ਨਿਕਲ ਸਕਦਾ, ਫਿਰ ਉਹ ਜੁਆਇੰਟ ਜਿਹੜੀ ਕਮੇਟੀ ਹੈ ਉਹ ਇੱਕ ਰਿਪੋਰਟ ਤਿਆਰ ਕਰਾ ਕੇ ਸਰਕਾਰ ਨੂੰ ਸਬਮਿਟ ਕਰੇਗੀ, ਤਾਂ ਕਿ ਅਸੀਂ ਵੇਖੋ ਇੱਕ ਚੰਗੇ ਸ਼ਹਿਰੀ ਹੈ, ਪਰ ਰਸਤੇ ਤਾਂ ਸਾਨੂੰ ਬਣਾ ਕੇ ਦੇਣੇ ਪੈਣਗੇ। ਟ੍ਰੈਫਿਕ ਹੋਰ ਵਧਣੀ ਹੈ ਕਿਉਂਕਿ ਆਬਾਦੀ ਵੱਧ ਰਹੀ ਹੈ, ਸਾਰੀਆਂ ਰੋਡ ਛੋਟੀਆਂ ਪੈਣੀਆਂ ਨੇ। ਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਿੰਨੀ ਆਪਣੀ ਜਗ੍ਹਾ ਆਪਣੀ ਜਗ੍ਹਾ 'ਚ ਚਲੇ ਜਾਈਏ, ਤੇ ਮੇਰਾ ਖਿਆਲ ਕਾਫੀ ਸਮੱਸਿਆ ਇਹਦੇ ਨਾਲ ਹੱਲ ਹੋ ਜਾਂਦੀ ਹੈ। ਸੋ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੀਆਂ ਰੋਡਸ ਨੇ, ਖਾਸ ਕਰ ਗੁਰੂ ਨਗਰੀ, ਇੱਥੇ ਨਾ 1.5 ਲੱਖ ਬੰਦਾ ਡੇਲੀ ਆਉਣਾ ਹੈ ਬਾਹਰੋਂ, ਤੇ ਸਾਡਾ ਤੇ ਆਪਣਾ ਫਰਜ਼ ਬਣਦਾ ਵੀ ਅਸੀਂ ਰਸਤੇ ਨਾ ਰੋਕੀਏ। ਕੁਛ ਮਾਫੀਏ ਨੇ ਰੇਹੜੀਆਂ ਦੇ, ਉਹ ਰੇਹੜੀਆਂ 20 10 ਪਾਈਆਂ ਨੇ, ਉਹ ਕਿਰਾਏ 'ਤੇ ਅੱਗੇ ਦੇ ਦਿੰਦੇ ਆ, ਉਹਨਾਂ ਨੂੰ ਤਾਂ ਆਮਦਨ ਘਰ ਬੈਠਿਆਂ ਨੂੰ ਹੋ ਰਹੀ ਹੈ, ਪਰ ਉਹ ਬੜਾ ਜਿਹੜਾ ਰੇਹੜੀ ਲਾ ਰਿਹਾ ਉਹ ਇੱਕ ਦਿਹਾੜੀ ਦੇ ਹਿਸਾਬ ਨਾਲ ਲਾ ਰਿਹਾ। ਉਹਨਾਂ ਦਾ ਇੱਕ ਮਾਫੀਆ ਬਹੁਤ ਵੱਡਾ ਹੈ ਜਿਹੜਾ ਕਿ ਮਤਲਬ ਸਾਨੂੰ ਹਰ ਜਗ੍ਹਾ 'ਤੇ ਦਿੱਕਤ ਕ੍ਰੀਏਟ ਕਰ ਰਿਹਾ ਵਾ ਕੰਮ ਕਰਨ ਦੇ ਵਿੱਚ। ਪਰ ਹੁਣ ਟ੍ਰੈਫਿਕ ਸਮੱਸਿਆ, ਮੈਂ ਕਮਿਸ਼ਨਰ ਸਾਹਿਬ ਨੇ ਅੱਛਾ ਕੰਮ ਕੀਤਾ ਹੈ, ਉਸ ਗੱਲ ਦੀ ਮੈਂ ਤਾਰੀਫ ਵੀ ਕਰਦਾ ਹਾਂ ਕਿ ਉਹਨਾਂ ਨੇ ਟ੍ਰੈਫਿਕ ਦਾ ਸੁਚਾਰੂ ਢੰਗ ਦੇ ਨਾਲ ਹੱਲ ਕੀਤਾ ਆ। ਪਰ ਕਈ ਮੁੱਦੇ ਜਿਹੜੇ ਅਜੇ ਰਹਿੰਦੇ ਨੇ, ਉਹ ਉਹਨਾਂ ਨਾਲ ਮੀਟਿੰਗ ਹੁਣ ਅਗਲੇ ਹਫ਼ਤੇ ਵੀ ਹੋਊਗੀ, ਉਹ ਡਿਸਕਸ ਕਰਾਂਗੇ। ਜਿੱਦਾਂ ਡਰੱਗਸ ਦਾ ਮੁੱਦਾ ਆ,
ਜਿੱਦਾਂ ਹੋਰ ਵੀ ਜਿਨ੍ਹਾਂ ਦੇ ਕਈ ਮੁਸ਼ਕਲਾਂ ਨੇ, ਕੁਛ ਜਿਵੇਂ ਸ਼ਹਿਰ ਦੇ ਵਿੱਚ ਕਈ ਜਗ੍ਹਾ ਪੁਲਿਸ ਦੀਆਂ ਜ਼ਿਆਦਤੀਆਂ ਨੇ ਔਰ ਦੜੇ ਸੱਟੇ ਦਾ ਮੁੱਦਾ ਆ, ਇਹ ਸਾਰੇ ਡਿਸਕਸ ਕਰਾਂਗੇ ਅਸੀਂ। ਨਸ਼ੇ ਦੀ ਗੱਲ ਕੀਤੀ, ਨਸ਼ੇ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਕਿ ਚੌਂਕੀ ਦੇ ਲਾਗੇ ਨਸ਼ਾ ਦਿਖਦਾ ਪਿਆ, ਕਿ ਲੱਗਦਾ ਕਿ ਕਿਹੜੇ ਵਾਲੀ ਚੌਂਕੀ ਤੇ? ਕੋਟ ਖਾਲਸਾ ਚੌਂਕੀ ਲਾਗੇ ਬਹੁਤ ਵੀਡੀਓ ਵਾਇਰਲ ਹੋਈ ਸੀ ਉਸ ਨੂੰ ਲੈ ਕੇ। ਇਹ ਐਸਐਚਓ ਸਾਹਿਬ ਬੈਠੇ ਆ, ਇਹ ਜਵਾਬ ਤੁਸੀਂ ਇਹਨਾਂ ਨੂੰ ਲੈ ਸਕਦੇ ਜੇ। ਮੇਰਾ ਖਿਆਲ ਮੈਂ ਹੁਣ ਆਉਂਦਿਆਂ ਜਦੋਂ ਪੁੱਛਿਆ, ਇਹਨਾਂ ਨੇ ਕਿਹਾ ਕਿ ਇਹ ਛੁੱਟੀ ਗਏ ਸੀ, ਹੁਣ ਜਿੱਦਣ ਦੇ ਆਏ ਇਹਨਾਂ ਕੰਟਰੋਲ ਕੀਤਾ। ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਫਿਰ ਕਹਿਣਾ ਚਾਹੂੰਗਾ, ਚਾਹੇ ਸਾਡੀ ਸਰਕਾਰ ਸੀ, ਮੈਂ ਇਸ ਮੁੱਦੇ ਤੇ ਜ਼ੀਰੋ ਟੋਲਰੈਂਸ ਸੀ ਮੇਰੀ ਵੀ, ਕਿ ਮੈਂ ਕਦੀ ਇਸ ਗੱਲ ਤੇ ਗੱਲ ਕਹਿਣੋਂ ਨਹੀਂ ਕੋਈ ਕਰੇਜ਼ ਕੀਤਾ ਵੀ ਇਹ ਹੋ ਗਿਆ ਜਾਂ ਨਹੀਂ ਹੋਇਆ। ਮੈਂ ਆਪਣੀ ਸਰਕਾਰ 'ਚ ਵੀ ਇਸ ਗੱਲ ਤੇ ਕੁਐਸਚਨ ਮਾਰਕ ਲਾਉਂਦਾ ਹੀ ਰਿਹਾ ਵੀ ਇਹ ਕੰਮ ਕਿਉਂ ਹੁੰਦਾ ਹੈ। ਇੱਕ ਥਾਣੇ ਦੇ ਜਾਂ ਚੌਂਕੀ ਦੇ ਦਾਇਰੇ ਦੇ ਅੰਦਰ ਜਿਹੜਾ ਉਹਦੇ ਬਿਲਕੁਲ ਆਂਢ ਗੁਆਂਢ ਚੰਦ ਕਦਮਾਂ ਦੀ ਦੂਰੀ ਤੇ 50 ਕਦਮ 100 ਕਦਮ 200 ਕਦਮ 500 ਕਦਮ ਦੀ ਦੂਰੀ ਤੇ ਕੰਮ ਹੋ ਰਿਹਾ, ਤੇ ਫਿਰ ਤੇ 100% ਚੌਂਕੀ ਦੀ ਸ਼ਮੂਲੀਅਤ ਹੈ ਜਾਂ ਥਾਣੇ ਦੀ ਸ਼ਮੂਲੀਅਤ ਹੈ, ਉਹ ਇਹ ਤੋਂ ਸਪੇਅਰ ਨਹੀਂ ਹੋ ਸਕਦੀ। ਔਰ ਇਹ ਅਜੇ ਹੈ, ਇਹ ਕਾਫੀ ਅਜੇ ਹੈ। ਸੋ ਮੈਂ ਟ੍ਰੈਫਿਕ ਸਮੱਸਿਆ ਦਾ ਹੁਣ ਹੋ ਗਿਆ, ਜਿਹੜੀ ਅਗਲੀ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਅਗਲਾ ਟਾਰਗੇਟ ਇਹੀ ਡਰੱਗਸ ਦਾ ਹੀ ਹੋਊਗਾ ਸਾਡੇ। ਜਿਹੜਾ 4 ਚੁਫੇਰੇ, ਚਾਹੇ ਅਲਕੋਹਲ ਵਿਕਦੀ ਹੈ, ਚਾਹੇ ਸਿੰਥੈਟਿਕ ਚਿੱਟਾ ਵਿਕਦਾ ਹੈ, ਚਾਹੇ ਜੋ ਵੀ ਨਸ਼ੇ ਵਿਕ ਰਹੇ ਨੇ, ਇਹਦਾ ਇੱਕ ਤੈਅ ਟਾਈਮ ਦੇ ਮੁਤਾਬਕ ਇਹਦਾ ਕੰਮ ਹੋਊਗਾ। ਔਰ ਨਾਲ ਜਿਹੜਾ ਦੜੇ ਸਿੱਟੇ ਚਲਾਏ ਜਾ ਰਹੇ ਨੇ, ਜਿਹੜੇ ਕੁਛ ਲੋਕ ਪ੍ਰੋਟੈਕਸ਼ਨ ਦਿੰਦੇ ਨੇ, ਪੋਲੀਟੀਕਲ ਲੋਕ ਵੀ, ਉਹ ਵੀ ਜਿਹੜੇ ਦੜੇ ਸੱਟੇ ਆ, ਇਹ ਪੁਲਿਸ ਦੇ ਨਾਲ ਕਰਕੇ ਸੰਬੰਧਿਤ ਜਿਹੜਾ ਬੰਦਾ ਮੁਖੀ ਬੰਦਾ ਹੋਊਗਾ ਉਹਦੇ ਵਿਰੁੱਧ ਕਾਰਵਾਈ ਵੀ ਕਰਵਾਵਾਂਗੇ। ਔਜਲਾ ਜੀ, ਪਿਛਲੇ ਦਿਨੀ ਕੁੰਵਰ ਵਿਜੇ ਪ੍ਰਤਾਪ ਜੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਤੇ ਇਲਜ਼ਾਮ ਲਗਾਇਆ ਗਿਆ ਕਿ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਕਿਤੇ ਵੀ ਕੋਈ ਅਪਰਾਧ ਨਹੀਂ ਹੋ ਸਕਦਾ, ਕਿਸ ਤਰ੍ਹਾਂ ਦੇਖਦੇ ਹੋ? ਹੋਪਰ ਨੂੰ ਲੈ ਕੇ ਖਾਸ ਤੌਰ ਤੇ ਦੇਖੋ, ਹੋਪਰਸ ਵਾਲਾ ਕੇਸ ਮੇਰੇ ਧਿਆਨ 'ਚ ਵੀ ਆਇਆ, ਉਹ ਬੜਾ ਮੰਦਭਾਗੀ ਗੱਲ ਹੈ। ਦੇਖੋ, ਤੁਸੀਂ ਇੱਕ ਵਪਾਰ ਕਰਦੇ ਬੰਦੇ ਨੂੰ ਇਦਾਂ ਜਾ ਕੇ ਉਹਨੂੰ ਜਲੀਲ ਨਹੀਂ ਕਰ ਸਕਦੇ। ਹਾਂ, ਜੇ ਉਹਦਾ ਕ੍ਰਿਮੀਨਲ ਹਿਸਟਰੀ ਹੈਗੀ ਹੈ ਤਾਂ ਯੂ ਕੈਨ ਡੂ, ਪਰ ਉਹਦੇ ਬਰਾਬਰ ਪੁਲਿਸ ਇੱਕ ਲਿਸਟ ਵੀ ਜਾਰੀ ਕਰਦੀ ਵੀ ਇੰਨੇ ਇਸ ਰੈਸਟੋਰੈਂਟ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਸ਼ਰਾਬ ਪਿਆਈ ਜਾ ਰਹੀ ਹੈ। ਉਹਦਾ ਤਾਂ ਚਲੋ ਲਾਇਸੈਂਸ ਸੀ, ਨਹੀਂ ਵਿਖਾ ਸਕਿਆ ਜਾਂ ਤੁਸੀਂ ਨਹੀਂ ਵੇਖਿਆ, ਪਰ ਉਹਦੇ ਵਾਸਤੇ ਇੰਨਾ ਵੱਡਾ ਉਹਨੂੰ ਬਦਨਾਮੀ ਦੇਣੀ ਬਹੁਤ ਮਾੜੀ ਗੱਲ ਹੈ। ਦੇਖੋ, ਅੱਜ ਬੱਚੇ ਸਾਡੇ ਪ੍ਰਵਾਸ ਕਰ ਰਹੇ ਨੇ, ਵਪਾਰੀ ਇੱਥੇ ਪੈਸਾ ਲਾ ਕੇ ਰਾਜੀ ਨਹੀਂ। ਜਿਹੜੇ ਵਪਾਰ ਕਰ ਰਹੇ ਨੇ, ਸਾਡਾ ਕੰਮ ਹੈ ਪ੍ਰੋਟੈਕਸ਼ਨ ਦੇਣੀ, ਕਾਨੂੰਨ ਅਨੁਸਾਰ ਕਾਰਵਾਈ ਕਰਨੀ। ਗਲਤ ਕਰ ਰਿਹਾ ਤੁਸੀਂ, ਸ਼ਰਾਬ ਗਲਤ ਪੈ ਰਿਹਾ, ਤੁਸੀਂ ਇਹਨੂੰ ਆਪਣਾ ਐਕਸਾਈਜ਼ ਡਿਪਾਰਟਮੈਂਟ ਨੂੰ ਲਿਖੋ, ਤੁਸੀਂ ਉਹਨੂੰ ਥਾਣੇ ਬੁਲਾਓ, ਉਹਦੀ ਜਿਹੜੇ ਪ੍ਰੂਫ ਹੈ ਦੇ ਸਾਹਮਣੇ ਰੱਖੋ, ਫਿਰ ਕਾਰਵਾਈ ਕਰ ਲਓ। ਪਰ ਮੈਨੂੰ ਇਹ ਵੀ ਬੜਾ ਦੁੱਖ ਲੱਗਿਆ ਕਿ ਦੂਜੇ ਦਿਨ ਫਿਰ ਉਹਨਾਂ ਨੇ, ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਪ੍ਰੈਸ ਕਾਨਫਰੰਸ ਕਰਨਾ ਉਹਨਾਂ ਦਾ ਅਧਿਕਾਰ ਹੈ, ਫਿਰ ਇਹਨਾਂ ਨੇ ਜਾ ਕੇ ਉਹਦੇ ਤੇ ਇੱਕ ਹੋਰ ਪਰਚਾ ਕਰ ਦਿੱਤਾ। ਔਰ ਬੜੇ ਵਧੀਆ ਤਰੀਕੇ ਨਾਲ ਉਹਨਾਂ ਮੇਰੇ ਤੱਕ ਵੀ ਅਪਰੋਚ ਕੀਤੀ, ਪਰ ਮੈਂ ਬਾਹਰ ਸੀ, ਕਿ ਸਾਨੂੰ ਇੱਕ ਮਾਈਨਰ ਏਜ ਦੇ ਬੰਦੇ ਭੇਜ ਕੇ ਔਰ ਉਦੋਂ ਇੱਕ ਚਾਲ ਦੇ ਤਹਿਤ ਉਹ ਇੱਕ ਪਰਚਾ ਕੀਤਾ ਗਿਆ ਕਿ ਤੁਸੀਂ ਸਾਡੇ ਵਿਰੁੱਧ ਬੋਲੇ ਕਿਉਂ। ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਦੇਖੋ, ਬੋਲਣਾ ਹਰ ਇੱਕ ਦਾ ਅਧਿਕਾਰ ਹੈ, ਇੱਕ ਕਨਸਟੀਟਿਊਸ਼ਨ ਨੇ ਸਾਨੂੰ ਦਿੱਤਾ, ਇਹ ਤੁਸੀਂ ਕਿਸੇ ਨੇ ਨਹੀਂ ਦਿੱਤਾ। ਤੁਹਾਡਾ ਕੰਮ ਹੈ ਕਿ ਜੇ ਕਿਤੇ ਕਨਸਟੀਟਿਊਸ਼ਨ ਦੇ ਮੁਤਾਬਕ ਅਸੀਂ ਕੁਝ ਗਲਤ ਕਰਨੇ ਆ ਤਾਂ ਉੱਤੇ ਕਾਰਵਾਈ ਕਰੋ। ਪਰ ਤੁਸੀਂ ਇੱਕ ਚੰਗੇ ਸ਼ਹਿਰੀ ਨੂੰ, ਜਿਹੜਾ ਟੈਕਸ ਪੇਅਰ ਹੈ, ਉਹਨੂੰ ਜੇ ਕੋਈ ਕਾਰਵਾਈ ਕਰਨੀ ਹੈ ਤੁਸੀਂ ਬੁਲਾ ਲਓ। ਤੁਹਾਡੇ ਥਾਣੇ ਦੇ ਰਣਜੀਤ ਐਵਨਿਊ ਦੇ ਥਾਣੇ ਦੇ ਥੱਲੇ ਰਤਨ ਸਿੰਘ ਚੌਂਕ ਤੁਰਲਾ ਬੰਨਾ ਇਹਨਾਂ 'ਚ ਪੈਂਦਾ ਹੈ, ਜਿੱਥੇ ਕੋ ਫਲੈਟ ਨੇ, ਉੱਥੇ ਸ਼ਰੇਆਮ ਚਿੱਟਾ ਵਿਕਦਾ ਹੈ। ਮੈਂ ਐਸਐਚਓ ਨੂੰ ਪੁੱਛਣਾ ਚਾਹੁੰਦਾ, ਹਾਊਸਿੰਗ ਬੋਰਡ 'ਚ ਚਿੱਟਾ ਕੀ ਤੁਹਾਡੀ ਰਹਿਨੁਮਾਈ ਦੇ ਹੇਠ ਵਿਕਦਾ ਹੈ? ਕੀ ਤੁਸੀਂ ਉੱਥੋਂ ਪੈਸੇ ਲੈਂਦੇ ਜੇ? ਕੀ ਇਹ ਦੱਸ ਸਕਦੇ ਜੇ? ਤੁਹਾਨੂੰ ਅਗਲੇ ਦਾ ਐਕਸਾਈਜ਼ ਵਾਲਾ ਲੱਗ ਗਿਆ ਕਿ ਇੱਥੇ ਨਜਾਇਜ਼ ਸ਼ਰਾਬ ਪਈ, ਜਦ ਕਿ ਉਹ ਲਾਇਸੈਂਸ ਦੇ ਮੁਤਾਬਕ, ਜੋ ਉਹਨਾਂ ਦੇ ਮੁਤਾਬਕ ਕਿ ਲਾਇਸੈਂਸ ਹੈ ਸਾਡੇ ਕੋਲ, ਉਹਦੇ ਕੋਡ ਵੇਖੇਗੀ। ਪਰ ਕੀ ਇਹ ਡੀਐਸਪੀ ਜਾਂ ਐਸਐਚਓ ਦੱਸ ਸਕਦੇ ਨੇ ਕਿ ਹਾਊਸਿੰਗ ਬੋਰਡ 'ਚ ਚਿੱਟੇ ਜੋ ਤੁਹਾਨੂੰ ਕਿੰਨੇ ਪੈਸੇ ਆਉਂਦੇ ਤੇ ਕੌਣ ਵੇਚਦਾ ਹੈ? ਇਹੋ ਜਿਹੀਆਂ ਚੀਜ਼ਾਂ ਨੂੰ ਰੋਕੋ। ਤੁਸੀਂ ਇੱਕ ਕਾਰੋਬਾਰੀਆਂ ਦੇ ਉੱਤੇ ਥ੍ਰੈਟ ਨਾ ਬਣੋ। ਇਹਦਾ ਮਤਲਬ ਜਿਹੜੇ ਤੁਸੀਂ ਕਿਹਾ ਕਿ ਇੰਨੇ ਬੰਦੇ ਨਜਾਇਜ਼ ਵੇਚਦੇ ਆ ਜਾਂ ਹੁੱਕਾ ਪਿਆਉਂਦੇ ਆ, ਇਹਦਾ ਮਤਲਬ ਤੁਹਾਨੂੰ ਉੱਥੋਂ ਕੁਛ ਆਉਂਦਾ ਹੋਏਗਾ। ਜੇ ਤੁਹਾਡੀ ਨਿਗਾਹ 'ਚ ਪੈਂਦੇ ਆ, ਫਿਰ ਤੁਸੀਂ ਉਹਨਾਂ 'ਤੇ ਕਾਰਵਾਈ ਕਿਉਂ ਨਹੀਂ? ਇਹ ਸਾਰੀ ਗੱਲ ਜਿਹੜੀ ਆ ਨੈਕਸਟ ਵੀਕ ਕਮਿਸ਼ਨਰ ਨਾਲ ਬਹਿ ਕੇ ਇਹ ਡਿਟੇਲ 'ਚ ਹੋਣੀਆਂ ਨੇ ਗੱਲਾਂ। ਤੁਸੀਂ ਅੱਜ ਗੱਲ ਕਰ ਲਈ ਹੈ, ਤੁਸੀਂ ਲੈਣ ਜਾ ਰਹੇ ਹੋ ਮੀਟਿੰਗ ਨਾਲ? ਬਿਲਕੁਲ ਲਵਾਂਗੇ ਨੈਕਸਟ ਵੀਕ। ਮੈਂ ਕਿਉਂਕਿ ਮੈਂ ਇੰਡੋਨੇਸ਼ੀਆ ਵਾਲੇ ਬੱਚੇ ਜਿਹੜੇ ਫਸੇ, ਉਹਨਾਂ ਕਰਕੇ ਮੈਨੂੰ ਕੱਲ੍ਹ 2 ਦਿਨ ਵਾਸਤੇ ਜਾਣਾ ਪੈ ਰਿਹਾ। ਫਿਰ ਸੈਟਰਡੇ ਸੰਡੇ, ਫਿਰ ਅਗਲੇ ਵੀਕ ਜਦੋਂ ਵੀ ਮੌਕਾ ਮਿਲਿਆ, ਇੱਕ ਕਮਿਸ਼ਨਰ ਦੇ ਨਾਲ, ਡੀਸੀ ਦੇ ਨਾਲ ਬਕਾਇਦਾ ਇਹਦੇ ਤੇ ਇਹਦੀ ਜੜ ਤੱਕ ਜਾਇਆ ਜਾਏਗਾ। ਇਹ ਨਹੀਂ ਗੱਲ ਕਿ ਤੁਸੀਂ ਚਿੱਟੇ ਵਾਲੇ ਨੂੰ ਸਪੇਅਰ ਕਰੋ, ਅਲਕੋਹਲ ਵਾਲੇ ਨੂੰ ਸਪੇਅਰ ਕਰੋ। ਜਿਹੜੀ ਹਾਊਸਿੰਗ ਬੋਰਡ ਕਲੋਨੀ ਆ, ਅਲਕੋਹਲ ਦਾ ਤੇ ਚਿੱਟੇ ਦਾ ਅੱਡਾ ਆ। ਜਿਹੜਾ ਇਹਨਾਂ ਦੀ ਨੱਕ ਦੇ ਥੱਲੇ ਹੋ ਰਿਹਾ ਕੰਮ, ਉਹ ਨਹੀਂ ਦਿਖਦਾ, ਸਿਰਫ ਕਿਉਂਕਿ ਪੈਸੇ ਦਾ ਖੇਡ ਹੈ। ਜਿਹੜੇ ਪੈਸੇ ਦਿੰਦੇ ਉੱਥੇ ਤੁਸੀਂ ਪਿਆ ਸਕਦੇ ਜੇ, ਜਿਹੜੇ ਨਹੀਂ ਦਿੰਦੇ ਜਾਂ ਕੋਈ ਗਲਤੀ ਕਰਦਾ ਹੈ, ਉਹਦਾ ਯਾਰ ਤੁਸੀਂ ਵਪਾਰੀ ਲੋਕ ਨੇ, ਤੁਸੀਂ ਉਹਦੇ ਹਿਸਾਬ ਨਾਲ ਗੱਲ ਕਰੋ। ਇੱਕ ਰਾਜਨੀਤਿਕ ਸਵਾਲ ਹੈ ਜੀ, ਅੱਜ ਭਗਵੰਤ ਮਾਨ ਸਾਹਿਬ ਨੇ ਜੱਫੀ ਤੇ ਬੜਾ ਵਿਵਾਦ ਖੜਾ ਕੀਤਾ। ਕਹਿੰਦੇ ਕਿ ਮੈਨੂੰ ਕਿਹਾ ਜਾ ਰਿਹਾ ਸੀ ਕਿ ਮੇਰੀ ਦੂਜੀ ਵਾਈਫ ਹੈ। ਉਹਨਾਂ ਨੇ ਕਾਫੀ, ਦੇਖੋ, ਕੋਈ ਵੀ ਬੰਦਾ ਵਿਅਕਤੀਗਤ ਹਮਲਾ ਕਿਸੇ ਤੇ, ਜਿਹੜੇ ਅਸੀਂ ਪੋਲੀਟੀਕਲ ਲੋਕ ਹਨ, ਨਹੀਂ ਕਰਨਾ ਚਾਹੀਦਾ। ਅਪਸ਼ਬਦ ਕਿਸੇ ਨੂੰ ਵੀ ਨਹੀਂ ਵਰਤਣੇ ਚਾਹੀਦੇ। ਮੇਰਾ ਤੇ ਇਹ ਮੰਨਣਾ, ਚਾਹੇ ਭਗਵੰਤ ਮਾਨ ਨੇ ਚਾਹੇ ਮੈਂ,
ਸਾਨੂੰ ਅਪਸ਼ਬਦ ਨਹੀਂ, ਕਿਉਂਕਿ ਸਾਨੂੰ ਬਹੁਤ ਲੋਕ ਫਾਲੋ ਕਰਦੇ ਨੇ, ਸਾਨੂੰ ਬੱਚੇ ਫਾਲੋ ਕਰਦੇ ਨੇ, ਲੋਕ ਫਾਲੋ ਕਰਦੇ ਨੇ। ਜਦੋਂ ਅਸੀਂ ਅਪਸ਼ਬਦ ਵਰਤਦੇ ਹਾਂ ਉਹ ਸਮਝਦੇ ਆ ਕਿ ਇਹ ਵੀ ਸਾਡਾ ਅਧਿਕਾਰ ਖੇਤਰ ਆਉਂਦਾ, ਇਹ ਕੋਈ ਵੀ ਵਰਤ ਸਕਦਾ। ਸੋ ਇਹਦੇ ਤੋਂ ਸਾਰੇ ਇੱਕ ਨੂੰ ਹੀ ਗਰੇਜ਼ ਕਰਨਾ ਚਾਹੀਦਾ। ਪਰਸਨਲ ਜ਼ਿੰਦਗੀ ਕਿਸੇ ਦੀ ਕੀ ਹੈ, ਅਗਲਾ ਆਪਣੀ ਜ਼ਿੰਦਗੀ ਜਿਉਂਦਾ ਹੈ। ਹਾਂ, ਕੋਈ ਕਾਨੂੰਨੀ ਗੈਰ ਕਾਨੂੰਨੀ ਤੌਰ 'ਤੇ ਤਾਂ ਆਪਾਂ ਉਹਦੀ ਸ਼ਿਕਾਇਤ ਕਰਕੇ ਉਹਨੂੰ ਸਜ਼ਾ ਦਿਵਾ ਸਕਦੇ ਹਾਂ। ਪਰ ਮੈਂ ਇੱਕ ਰਿਕੁਐਸਟ ਇਹ ਜ਼ਰੂਰ ਕਰੂੰਗਾ ਕਿ ਸਾਰੀਆਂ ਪਾਰਟੀਆਂ ਨੂੰ, ਮਾਨ ਸਾਹਿਬ ਹੁਣ ਦੇਖੋ ਇੱਕ ਕੁੜਤਨ ਦੀ ਰਾਜਨੀਤੀ ਨਾ ਕਰਨ। ਉਹ ਸਾਰਿਆਂ ਨੂੰ, ਜੇ ਦੇਖੋ ਤੁਸੀਂ CM ਜੇ, ਜਿਹੜਾ ਬੰਦਾ ਮੁਖੀਆ ਹੁੰਦਾ ਉਹਨੂੰ ਹਰ ਇੱਕ ਨੇ ਕਹਿਣਾ ਹੁੰਦਾ। ਚਾਹੇ ਅੱਜ ਹੁਣ ਆਪਾਂ ਕਮਿਸ਼ਨਰ ਦੀ ਗੱਲ ਕਰ ਲਈਏ, ਜੇ ਇੱਥੇ ਬੈਠੇ ਚਾਹੇ ਮੈਂਬਰ ਪਾਰਲੀਮੈਂਟ, ਲੋਕਾਂ ਸਾਨੂੰ ਵੀ ਮਾੜਾ ਚੰਗਾ ਕਹਿਣਾ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੁੜਤਨ ਰੱਖ ਕੇ ਉਹਦੇ ਵਿਰੁੱਧ ਤੁਰਾਂ। ਮੇਰਾ ਫਰਜ਼ ਬਣਦਾ ਮੈਂ ਉਹਨਾਂ ਦੀ ਤਸੱਲੀ ਕਰਾਵਾਂ। ਤੁਸੀਂ ਬੁਲਾਓ ਸਾਰਿਆਂ ਨੂੰ, ਜਿੱਥੇ ਕੋਈ ਗਲਤੀ ਹੈ ਗਲਤੀ ਨੂੰ ਗਲਤ ਕਹੋ, ਠੀਕ ਨੂੰ ਠੀਕ ਕਹੋ। ਸੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ।